की गल होगी सरदारनीए, नाराजगी है कोई? क्यों सब्जी ज्यादा रहने कि ਉਹਦੇ ਖਰਾਕੀ ਤੱਤ ਨਸ਼ਟ ਕਰੀ ਜਾਂਦੀ ਹੈ? ਤੁਹਾਨੂੰ ਤਾਂ ਸਿਰਫ ਦੂਜਿਆਂ 'ਚ ਨੁਕਸ ਕੱਢਣੇ ਆਉਂਦੇ ਨੇ ਤੇ ਜਿਹੜੀ ਪਰਾਲੀ ਸਾਡੇ ਤੁਸੀਂ ਅਣਗਹਿਲੀਆਂ ਕਰਦੇ ਹੋ ਉਹਨਾਂ ਦਾ ਕੀ? ਕੀ ਮਤਲਬ? ਕੱਲ ਟੈਲੀਵਿਜ਼ਨ ਤੇ ਖੇਤੀਬਾੜੀ ਯੂਨੀਵਰਸਿਟੀ ਵਾਲੇ ਦੱਸਦੇ ਸੀ ਕਿ ਪਰਾਲੀ ਸਾਡੇ ਨਾਲ ਨਾਈਟ੍ਰੋਜਨ, ਫਾਸਫੋਰਸ, ਗੰਧਕ ਤੇ ਪੋਟਾਸ਼ ਵਰਗੇ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਨੇ ਤੇ ਉਹ ਫਿਰ चल ठीक है सरदारनीए, ना ਹੁਣ ਮੈਂ ਪਰਾਲੀ ਸਾੜਾ ਤੇ ਨਾ ਤੇਰੀ ਸਬਜ਼ੀ ਚ ਨੁਕਸ ਕਰਨਾ। ਉਹ ਖੁਸ਼ ਹੈ? ਫਾਸਫੋਰਸ, ਪੋਟਾਸ਼, ਨਾਈਟ੍ਰੋਜਨ ਅਤੇ ਗੰਧਕ ਜਿਹੇ ਕਿਵੇਂ ਤੱਤ ਦੇ ਲਿਆ ਐਵੇਂ ਅੱਗ ਲਾ ਕੇ ਕਰਦੇ ਸਲਾਹ ਕਾਤੋਂ ਵਰਤੇ ਨਾ ਆਪਣੀ ਤੂੰ ਮੱਤ ਵੇਲਿਆ ਹੁਣ ਤੱਕ ਨਾ ਜ਼ਰੂਰੀ ਹੋਰ ਸਾੜ ਓਏ ਕੱਟ ਮੰਨ ਲੈ ਐਸੇ ਦਾ ਜੀਵ ਦੀ ਬਗਾੜ ਓਏ ਕੱਟ ਮੰਨ ਲੈ ਤੇਰਾ ਹੱਥ ਨਾ ਪਰਾਲੀ ਨੂੰ ਲਗਾ ਓਏ ਕੱਟ ਮੰਨ ਲੈ ਇਹਨੂੰ ਵਿੱਚ ਹੀ ਜ਼ਮੀਨ ਦੀ ਬੁਆ ਓਏ ਕੱਟ ਮੰਨ ਲੈ। ਵੀਰਾ ਅੱਗ ਨਾ ਪਰਾਲੀ ਨੂੰ ਲਗਾ ਇਹ ਗੱਲ ਮੰਨ ਲੈ, ਇਹਨੂੰ ਜ਼ਮੀਨ ਦੇ ਵਿੱਚ ਹੀ ਵਾਹ ਉਹ ਇਹ ਗੱਲ ਮੰਨ ਲੈ। ਕਿੰਨਾ ਸੋਹਣਾ ਸੁਨੇਹਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵੀ ਸਾਨੂੰ ਪਰਾਲੀ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਪਰਾਲੀ ਨੂੰ ਨਜਿੱਠਣ ਦੇ ਲਈ ਬੜੀਆਂ ਤਕਨੀਕਾਂ ਯੂਨੀਵਰਸਿਟੀ ਨੇ ਇਜਾਦ ਕੀਤੀਆਂ, ਸਿਫਾਰਿਸ਼ਾਂ ਕੀਤੀਆਂ, ਉਹਨੂੰ ਵਰਤ ਕੇ ਤੁਸੀਂ ਰੱਖ ਸਕਦੇ ਹੋ। ਸਵਾਗਤ ਹੈ ਤੁਹਾਡਾ ਕਿਸਾਨ ਵੀਰ। ਅਸੀਂ ਜਿਵੇਂ ਅੱਗੇ ਗੱਲ ਕਰਦੇ ਹਾਂ, ਇਹ ਪ੍ਰੋਗਰਾਮ ਸਵਾਣੀਆਂ ਦੇ ਲਈ, ਕਿਸਾਨ ਭਰਾਵਾਂ ਦੇ ਲਈ, ਸਾਇੰਸਦਾਨਾਂ ਦੇ ਲਈ ਤੇ ਸਾਡੇ ਵਿਦਿਆਰਥੀਆਂ ਦੇ ਲਈ ਇਹ ਸਾਂਝਾ ਪ੍ਰੋਗਰਾਮ ਹੈ। ਅਸੀਂ ਇਸ ਪ੍ਰੋਗਰਾਮ ਦੀ ਮਾਰਫਤ ਹਰ ਹਫ਼ਤੇ ਤੁਹਾਡੇ ਕੋਲ ਵੀ ਨਵੇਂ ਇੱਕ ਉੱਚ ਪੱਧਰੀ ਟੀਮ ਦੇ ਨਾਲ ਤੁਹਾਡੇ ਰੂਬਰੂ ਕਰਾਉਂਦੇ ਆ, ਉਹਦੇ ਨਾਲ ਗੱਲਬਾਤ ਕਰਦੇ ਆ। ਉਹਨਾਂ ਨਵੇਂ ਨਵੇਂ ਵਿਸ਼ੇ ਅਸੀਂ ਚਾਹੁੰਦੇ ਆ, ਕਿਉਂਕਿ ਜਿਹੜੇ ਪਿਛਲੇ ਵਿਸ਼ੇ ਹੁੰਦੇ ਨੇ ਉਹ ਵਿਸ਼ਾ ਤੋਂ ਨਵੇਕਲਾ ਵਿਸ਼ਾ ਲਿਆਉਣਾ ਜ਼ਰੂਰੀ ਹੈ। ਪਿਛਲੇ ਹਫ਼ਤੇ ਦੇ ਆਪਾਂ ਕਹੀਏ ਸਾਰੇ ਵਿਸ਼ੇ ਜੋ ਸਾਡੇ ਵੀ ਜੋ ਅੰਕ ਨੇ ਉਹ ਸਾਰੇ ਅੰਕ ਸਾਡੇ YouTube ਤੇ Facebook ਪੇਜ ਤੇ ਉਹ ਲਗਾਤਾਰ ਪ੍ਰਕਾਸ਼ਿਤ ਰਹਿੰਦੇ ਨੇ। ਕਿਸੇ ਤਰ੍ਹਾਂ ਦਾ ਹਵਾਲਾ ਤਾਂ ਲੋੜ ਹੈ, ਚਾਹੇ ਉਹਦੇ ਆਪਾਂ ਗੱਲਾਂ ਕੀਤੀਆਂ ਸੀ, ਬੀਜਾਂ ਦੀਆਂ ਗੱਲਾਂ ਕੀਤੀਆਂ ਸੀਗੀਆਂ, ਮੱਕੀ ਦੇ ਵਿੱਚ ਕੀੜਿਆਂ ਦੀਆਂ ਗੱਲਾਂ ਕੀਤੀਆਂ ਸੀ, ਹੋਰ ਆਪਾਂ ਫਸਲਾਂ ਦੇ ਕੀੜੇ ਮਕੌੜੇ ਤੇ ਬਿਮਾਰੀਆਂ ਦੀਆਂ ਗੱਲਾਂ ਕੀਤੀਆਂ ਸੀਗੀਆਂ, ਉਹ ਸਾਰੇ ਤੁਸੀਂ ਉੱਥੋਂ ਦੇਖ ਸਕਦੇ ਹੋ। ਅੱਜ ਅਸੀਂ ਜੋ ਨਵੇਕਲੇ ਵਿਸ਼ੇ ਲੈ ਕੇ ਆਏ, ਅੱਜ ਅਸੀਂ ਖਾਸ ਕਰਕੇ ਪੇਂਡੂ ਸਵਾਣੀਆਂ ਦੇ ਲਈ ਵਿਸ਼ੇ ਲੈ ਕੇ ਆਏ ਆ। ਅਸੀਂ ਕਿਸ ਤਰ੍ਹਾਂ, ਕਿਉਂਕਿ ਇੱਕ ਇਹ ਸਾਈਕਲ ਹੈ, ਸਾਈਕਲ ਦੇ ਵਿੱਚ ਪੇਂਡੂ ਸਵਾਣੀਆਂ ਦਾ ਬਹੁਤ ਵੱਡਾ ਰੋਲ ਹੈ ਵੀ ਘਰ ਨੂੰ ਇੱਕ ਸੁਘੜ ਪਰਿਵਾਰ ਬਣਾਉਣ ਦੇ ਲਈ, ਤੇ ਉਹਦੇ ਲਈ ਅਸੀਂ ਪੇਂਡੂ ਸਵਾਣੀਆਂ ਕਿਵੇਂ ਆਮਦਨ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ, ਉਹਦੇ ਬਾਰੇ ਸਾਡੇ ਕੋਲ ਵਿਸ਼ਾ ਵਸਤੂ ਮਾਹਰ ਹੈ। ਫਿਰ ਅਸੀਂ ਉਹ ਅੱਜ ਗੱਲ ਕਰਾਂਗੇ ਕਰਨਾਲ ਬੰਟ ਦੀ। ਕਰਨਾਲ ਬੰਟ ਨੂੰ ਅਸੀਂ ਕਿੱਦਾਂ ਬਚ ਸਕਦੇ ਹਾਂ, ਕਣਕ ਨੂੰ ਅਸੀਂ ਕਿਵੇਂ ਬੀਜ ਸੋਧਣਾ ਵਾਸਤੇ ਤਾਂ ਜੋ ਅਸੀਂ ਕਰਨਾਲ ਬੰਟ ਵਰਗੀਆਂ ਬਿਮਾਰੀਆਂ ਤੋਂ ਬਚਾ ਸਕੀਏ। ਫਿਰ ਅਸੀਂ ਗੱਲ ਕਰਾਂਗੇ ਜੋ ਹੁਣ ਮੌਸਮ ਬਦਲ ਰਿਹਾ, ਮੌਸਮ ਦੇ ਜੋ ਸਿਆਲ ਦਾ ਰੁੱਤ ਵੀ ਮੌਸਮ ਆ ਰਿਹਾ, ਇਹਦੇ ਵਿੱਚ ਅਸੀਂ ਮਧੂਮੱਖੀਆਂ ਦੀ ਕਿਵੇਂ ਅਸੀਂ ਸਾਂਭ ਸੰਭਾਲ ਕਰਨੀ, ਕਿਉਂਕਿ ਮਧੂਮੱਖੀ ਪਾਲਣ ਇਹ ਬਹੁਤ ਵੱਡਾ ਸਹਾਇਕ ਕਿੱਤਾ ਸਾਡੇ ਪੰਜਾਬ ਦੇ ਕਿਸਾਨਾਂ ਦੇ ਲਈ, ਕਿਉਂਕਿ ਦੇਸ਼ ਦਾ ਸਭ ਤੋਂ ਵੱਧ ਸ਼ਹਿਦ ਜੋ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੀ ਪੈਦਾ ਹੁੰਦਾ ਹੈ। ਉਸ ਦੇ ਬਾਰੇ ਵੀ ਅਸੀਂ ਜ਼ਿਕਰ ਕਰ ਰਹੇ, ਕੁਟੁੰਬਾਂ ਦੀ ਅਸੀਂ ਕਿੱਦਾਂ ਰੱਖ ਰਖਾਵ ਵੀ ਕਰਨਾ ਵਾ। ਉਸ ਤੋਂ ਇਲਾਵਾ ਅਸੀਂ ਪ੍ਰਕਾਸ਼ਨਾਵਾਂ ਦਾ ਜ਼ਿਕਰ ਕਰਾਂਗੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਡਾਕਟਰ ਪਰਮਜੀਤ ਤੇ ਰਵਿੰਦਰ ਧਲੂਰੀਆ ਜੀ ਨੂੰ, ਤੁਸੀਂ ਇਸ ਹਫ਼ਤੇ ਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ, ਸਾਡੇ ਸਾਰੇ ਪਾਠਕਾਂ ਨੂੰ ਖੇਤੀ ਰੁਝੇਵੇਂ ਜਿਹੜੇ ਆ ਜੀ ਉਹਨਾਂ ਬਾਰੇ ਜ਼ਰੂਰ ਜ਼ਿਕਰ ਕਰੋ। ਉਸ ਤੋਂ ਬਾਅਦ ਗੱਲਬਾਤ ਅਸੀਂ ਅੱਗੇ ਤੋਰਦੇ ਰਹਾਂਗੇ। ਰਵਿੰਦਰ ਧਲੂਰੀਆ, ਡਾਕਟਰ ਪਰਮਜੀਤ ਕੌਰ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਖੇਤੀ ਰੁਝੇਵਿਆਂ ਦੀ ਅਸੀਂ ਗੱਲਬਾਤ ਕਰਨੀ ਹੈ, ਸੋ ਸ਼ੁਰੂ ਕਰਾਂਗੇ ਅਸੀਂ ਮੌਸਮੀ ਫੁੱਲਾਂ ਤੋਂ। ਸੋ ਸਰਦੀ ਰੁੱਤ ਦੇ ਮੌਸਮੀ ਫੁੱਲਾਂ ਦੀ ਪਨੀਰੀ ਨਵੰਬਰ ਦੇ ਮਹੀਨੇ ਵਿੱਚ ਅਸੀਂ ਕਿਆਰੀਆਂ ਤੇ ਗਮਲਿਆਂ ਵਿੱਚ ਲਾ ਸਕਦੇ ਹਾਂ ਜੀ। ਸੋ ਸਟੈਟਸ ਦਾ ਬੀਜ ਇਸ ਮਹੀਨੇ ਵਿੱਚ ਬੀਜ ਸਕਦੇ ਹਾਂ ਤਾਂ ਕਿ ਅਗਲੇ ਮਹੀਨੇ ਤੱਕ ਇਹ ਬੀਜ ਜਿਹੜੇ ਕਿਆਰੀਆਂ ਵਿੱਚ ਲੱਗਣ ਲਈ ਤਿਆਰ ਹੋ ਜਾਵੇ। ਸੋ ਕਿਆਰੀਆਂ ਵਿੱਚ ਜਿਹੜੇ ਉੱਚੇ ਕੱਦ ਦੇ ਮੌਸਮੀ ਫੁੱਲ ਨੇ ਉਹਨਾਂ ਨੂੰ ਅਸੀਂ ਪਿੱਛੇ ਲਾਉਣਾ, ਜਿਹੜੇ ਦਰਮਿਆਨੇ ਕੱਦ ਦੇ ਫੁੱਲ ਨੇ ਉਹਨਾਂ ਨੂੰ ਅਸੀਂ ਵਿਚਕਾਰ ਲਾਉਣਾ, ਤੇ ਜਿਹੜੇ ਛੋਟੇ ਕੱਦ ਦੇ ਜਿਹੜੇ ਫੁੱਲ ਨੇ ਉਹਨਾਂ ਨੂੰ ਬਿਲਕੁਲ ਅਗਲੇ ਪਾਸੇ ਲਾਉਣਾ। ਸੋ ਮੌਸਮੀ ਫੁੱਲਾਂ ਦੀ ਚੋਣ ਕਰਨ ਵੇਲੇ ਅਸੀਂ ਰੰਗਾਂ ਦੇ ਸੁਮੇਲ ਦਾ ਜ਼ਰੂਰ ਧਿਆਨ ਰੱਖਣਾ ਜੀ। ਕਿਸਾਨ ਵੀਰੋ, ਨਵੰਬਰ ਮਹੀਨਾ ਠੰਡ ਵਾਲਾ ਹੁੰਦਾ ਹੈ, ਇਸ ਕਰਕੇ ਇਸ ਮਹੀਨੇ ਦੇ ਵਿੱਚ ਜਿਹੜਾ ਆਪਣਾ ਮੈਦਾਨੀ ਘਾਹ ਹੈ ਉਹਦਾ ਰੰਗ ਹਰਾ ਕਚੂਰ ਨਹੀਂ ਰਹਿੰਦਾ। ਇਸ ਕਰਕੇ ਸਾਨੂੰ ਪਾਣੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਘਾਹ ਨੂੰ ਥੋੜੇ ਵਕਫੇ ਬਾਅਦ ਹੀ ਸਾਨੂੰ ਹਲਕਾ ਪਾਣੀ ਜਿਹੜਾ ਉਹ ਲਗਾ ਦੇਣਾ ਚਾਹੀਦਾ ਹੈ।
ਸੋ ਕਿਸਾਨ ਵੀਰੋ ਗੁਲਦੌਦੀ ਦੀ ਗੱਲ ਕਰਦੇ ਆ। ਇਸ ਮਹੀਨੇ ਗੁਲਦੌਦੀ ਨੂੰ ਕਾਫੀ ਸਾਰੇ ਫੁੱਲ ਆ ਜਾਂਦੇ ਹਨ ਜੀ। ਸੋ ਇਸ ਕਰਕੇ ਗਮਲਿਆਂ ਨੂੰ ਕਤਾਰਾਂ ਅਤੇ ਗਰੁੱਪਾਂ ਵਿੱਚ ਰੱਖ ਕੇ ਅਸੀਂ ਘਰ ਦੀ ਸਜਾਵਟ ਕਰ ਸਕਦੇ ਹਾਂ। ਸੋ ਅਗੇਤੀਆਂ ਕਿਸਮਾਂ ਦੇ ਮੁਰਝਾਏ ਹੋਏ ਫੁੱਲਾਂ ਨੂੰ ਤੋੜਦੇ ਰਹਿਣਾ ਚਾਹੀਦਾ ਹੈ ਤਾਂ ਕਿ ਗਮਲੇ ਦੀ ਖੂਬਸੂਰਤੀ ਖਰਾਬ ਨਾ ਹੋਵੇ। ਸੋ ਗੁਲਦੌਦੀ ਦੇ ਸ਼ੋਅ ਲਈ ਅਸੀਂ ਇਸ ਮਹੀਨੇ ਵਿੱਚ ਫੁੱਲ ਤਿਆਰ ਕਰ ਸਕਦੇ ਹਾਂ। ਜੀ ਕਿਸਾਨ ਵੀਰੋ, ਹੁਣ ਥੋੜੀ ਜਿਹੀ ਗੱਲ ਆਪਾਂ ਗੁਲਾਬ ਦੀ ਕਰਦੇ ਹਾਂ। ਇਹ ਮਹੀਨਾ ਜੜ ਮੁੜ ਦੀਆਂ ਕਲਮਾਂ ਬਣਾਉਣ ਅਤੇ ਅੱਖਾਂ ਚੜਾਉਣ ਵਾਸਤੇ ਬਹੁਤ ਹੀ ਵਧੀਆ ਮਹੀਨਾ ਹੈ। ਦੇਸੀ ਗੁਲਾਬ ਅਤੇ ਤੇਲ ਵਾਲੇ ਗੁਲਾਬ ਦੇ ਬੂਟੇ ਵੀ ਅਸੀਂ ਇਸ ਮਹੀਨੇ ਵਿੱਚ ਲਗਾ ਸਕਦੇ ਹਾਂ। ਜੀ। ਜੜ ਮੁੜ ਦਾ ਪੌਦ ਵਾਧਾ ਵੀ ਇਸ ਮਹੀਨੇ ਤਿਆਰ ਕੀਤਾ ਜਾ ਸਕਦਾ ਹੈ। ਗੱਡੀਆਂ ਵਾਲੇ ਬੂਟੇ ਦੀ ਗੱਲ ਕਰਦੇ ਹਾਂ ਕਿਸਾਨ ਵੀਰੋ ਅਸੀਂ। ਸੋ ਗਲੈਡੁਲਸ ਅਤੇ ਨਾਰਗਿਸ ਦੇ ਜਿਹੜੇ ਗੰਡੇ ਆ ਉਹ ਇਸ ਮਹੀਨੇ ਵਿੱਚ ਬੀਜੇ ਜਾ ਸਕਦੇ ਹਨ। ਡੇਲੀਆ ਦੀਆਂ ਜੜਾਂ ਵਾਲੀਆਂ ਜੜਾਂ ਵਾਲੀਆਂ ਜਿਹੜੀਆਂ ਕਲਮਾਂ ਗਮਲਿਆਂ ਤੇ ਕਿਆਰੀਆਂ ਵਿੱਚ ਲਾਈਆਂ ਜਾ ਸਕਦੀਆਂ ਹਨ। ਸੋ ਅਗੇਤੇ ਬੀਜੇ ਗਲੈਡੁਲਸ ਦੇ ਖੇਤ ਵਿੱਚ ਜੇਕਰ ਦਾਤੀਕਾਰ ਦੇ ਸਾਨੂੰ ਪੱਤੇ ਕਿਤੇ ਦਿਖਦੇ ਹਨ ਤਾਂ ਉਹਨਾਂ ਨੂੰ ਅਸੀਂ ਤੋੜ ਕੇ ਉਹਨਾਂ ਨੂੰ ਨਸ਼ਟ ਕਰ ਦੇਣਾ ਹੈ, ਕਿਉਂਕਿ ਇਹ ਇੱਕ ਇਨਫੈਕਟਡ ਪੱਤੇ ਹੁੰਦੇ ਨੇ ਤੇ ਸਾਡੇ ਅੱਗੇ ਵੱਧ ਸਕਦੇ ਨੇ। ਜੀ ਕਿਸਾਨ ਵੀਰੋ, ਅਗਸਤ ਦੇ ਵਿੱਚ ਜਿਹੜਾ ਲਗਾਇਆ ਹੋਇਆ ਗੈਂਦਾ ਹੈ, ਜਿੱਦਾਂ ਕਿ ਪੰਜਾਬ ਗੈਂਦਾ ਨੰਬਰ 1, ਇਸ ਮਹੀਨੇ ਭਰਮੇ ਫੁੱਲ ਦੇਣੇ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਬੀਜ ਤਿਆਰ ਕਰਨ ਲਈ ਸੁੱਕੇ ਤੇ ਪੱਕੇ ਹੋਏ ਫੁੱਲਾਂ ਨੂੰ ਤੋੜ ਕੇ ਇਹਨਾਂ ਨੂੰ ਸੰਭਾਲ ਲਓ। ਹੁਣ ਆਉਣੇ ਆ ਕਿਸਾਨ ਵੀਰੋ ਅਸੀਂ ਵਣ ਖੇਤੀ ਵੱਲ। ਸੋ ਪਾਪੂਲਰ ਦੀ ਗੱਲ ਕਰਦੇ ਹਾਂ। ਪਾਪੂਲਰ ਤੋਂ ਚੰਗੀ ਆਮਦਨ ਲਈ ਲੈਣ ਲਈ ਸਾਨੂੰ ਇਸ ਵਿੱਚ ਖੇਤੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਨਵੰਬਰ ਦੇ ਪਹਿਲੇ 15ਵਾੜੇ ਵਿੱਚ ਕਣਕ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਕਣਕ ਦੀਆਂ ਕਿਸਮਾਂ ਜਿਵੇਂ PBW 677, PBW 725 ਪਾਪੂਲਰ ਹੇਠਾਂ ਕਾਸ਼ਤ ਕਰਨ ਲਈ ਬਹੁਤ ਢੁਕਵੀਆਂ ਹਨ। ਸੋ ਜਿਨ੍ਹਾਂ ਖੇਤਾਂ ਵਿੱਚ ਪਾਪੂਲਰ ਦੇ ਪੌਦੇ ਜਨਵਰੀ ਫਰਵਰੀ ਵਿੱਚ ਲਾਉਣੇ ਹੋਣ ਉਹਨਾਂ ਖੇਤਾਂ ਵਿੱਚ ਕਣਕ ਨੂੰ ਬੀਜਣ ਲਈ ਪਹਿਲਾਂ ਹੀ ਪਾਪੂਲਰ ਦੇ ਜਿਹੜੇ ਅਸੀਂ ਕਤਾਰਾਂ ਦੇ ਖਾਲ ਪਾ ਦੇਣੇ ਹਨ। ਸੋ ਪਾਪੂਲਰ ਪਲਾਂਟੇਸ਼ਨ ਨੂੰ ਅਸੀਂ 15 ਦਿਨ ਬਾਅਦ ਪਾਣੀ ਲਾਉਂਦੇ ਰਹਿਣਾ। ਸੋ ਪਾਪੂਲਰ ਦੀਆਂ ਪਲਾਂਟੇਸ਼ਨਾਂ ਵਿੱਚ ਕਣਕ ਦੇ ਜਿਹੜੀ ਵਧੇਰੇ ਉਪਜ ਲੈਣ ਲਈ ਸਾਨੂੰ ਨਿਰੋਲ ਕਣਕ ਦੀ ਸਿਫਾਰਿਸ਼ ਕੀਤੀ ਹੋਈ ਨਾਈਟ੍ਰੋਜਨ ਫਾਸਫੋਰਸ ਦੀ ਖਾਦ 50% ਤੱਕ ਵਾਧੂ ਮਾਤਰਾ ਵਿੱਚ ਵਰਤੋਂ ਕਰਨੀ ਚਾਹੀਦੀ ਹੈ। ਜੀ ਕਿਸਾਨ ਵੀਰੋ, ਹੁਣ ਅਸੀਂ ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਫੈਦੇ ਬਾਰੇ ਸਾਂਝੀ ਕਰਾਂਗੇ। ਸੋ ਚਾਰੇ ਦੀਆਂ ਫਸਲਾਂ ਜਿੱਦਾਂ ਕਿ ਬਰਸੀਨ ਸਫੈਦੇ ਦੇ ਨਾਲ ਬੀਜਣ ਲਈ ਕਤਾਰਾਂ ਦੇ ਨਾਲ 10 ਤੋਂ 15 ਮੀਟਰ ਚੌੜੀ ਪੱਟੀ ਦੇ ਵਿੱਚ ਸਾਨੂੰ ਬੀਜਣਾ ਚਾਹੀਦਾ ਹੈ। ਲੱਕੜ ਦੇ ਚੰਗੇ ਮੰਡੀਕਰਨ ਵਾਸਤੇ ਜਦੋਂ ਆਪਾਂ ਸਫੈਦੇ ਦੇ ਰੁੱਖਾਂ ਦੀ ਕਟਾਈ ਕਰਨੀ ਹੈ ਉਸ ਸਮੇਂ ਜਿਹੜੀ ਲਪੇਟ ਹੈ 90 ਤੋਂ 110 ਸੈਂਟੀਮੀਟਰ ਤਰ੍ਹਾਂ ਹੀ ਪੇਪਰ ਪਲਪ ਅਤੇ ਬੱਲੀਆਂ ਲਈ ਵੀ ਸਫੈਦੇ ਨੂੰ ਉਦੋਂ ਕੱਟਣਾ ਚਾਹੀਦਾ ਹੈ ਜਦੋਂ ਲਪੇਟ 40 ਸੈਂਟੀਮੀਟਰ ਤੋਂ ਜ਼ਿਆਦਾ ਹੋ ਜਾਂਦੀ ਹੈ। ਕਟਾਈ ਤੋਂ ਬਾਅਦ ਰੁੱਖਾਂ ਦੇ ਮੁੱਢਾਂ ਨੂੰ ਛਾਂ ਹੇਠਾਂ ਹੀ ਸੁਕਾਓ ਤਾਂ ਕਿ ਜਿਹੜੇ ਲੱਕੜ ਹੈ ਉਹਦੇ ਵਿੱਚ ਕੋਈ ਫਟਣ ਤੋਂ ਉਹਨੂੰ ਬਚਾਇਆ ਜਾ ਸਕੇ। ਸੋ ਹੁਣ ਆਉਣੇ ਆ ਕਿਸਾਨ ਵੀਰੋ ਅਸੀਂ ਖੁੰਭਾਂ ਵੱਲ। ਸੋ ਬਟਨ ਖੁੰਭ ਦੇ ਬੈਗਾਂ ਵਿੱਚ ਚਿੱਟੇ ਰੇਸ਼ੇ ਦੇ ਪੂਰੀ ਤਰ੍ਹਾਂ ਫੈਲਣ ਤੋਂ ਬਾਅਦ ਅਖਬਾਰਾਂ ਦੀ ਪਰਤ ਨੂੰ ਹਟਾ ਦੇਣਾ ਚਾਹੀਦਾ ਹੈ ਅਤੇ ਬੈੱਡ ਦੀ ਉੱਪਰਲੀ ਸਤ੍ਹਾ ਨੂੰ ਸਿਫਾਰਸ਼ ਕੀਤੀ ਗਈ 1 ਤੋਂ 1.5 ਇੰਚ ਮੋਟੀ ਕੇਸਿੰਗ ਮਿੱਟੀ ਨਾਲ ਢੱਕ ਦੇਣਾ ਚਾਹੀਦਾ ਹੈ ਤੇ ਹਰ ਰੋਜ਼ ਅਸੀਂ ਫੁਹਾਰੇ ਦਾ ਜਿਹੜਾ ਛਿੜਕਾਅ ਕਰਨਾ। ਸੋ ਕਮਰਿਆਂ ਵਿੱਚ ਅਸੀਂ ਹਵਾ ਦਾ ਜਿਹੜਾ ਸਹੀ ਆਦਾਨ ਪ੍ਰਦਾਨ ਰੱਖਣਾ, ਉਸ ਲਈ 6 ਤੋਂ 8 ਘੰਟੇ ਅਸੀਂ ਦਰਵਾਜ਼ੇ ਤੇ ਖਿੜਕੀਆਂ ਖੋਲ ਕੇ ਰੱਖਣੇ ਨੇ। ਸੋ ਕੇਸਿੰਗ ਦੇ 2 ਹਫ਼ਤੇ ਬਾਅਦ ਜਿਹੜੇ ਛੋਟੇ ਚਿੱਟੇ ਕਿਣਕੇ ਨੇ ਉਹ ਬੈਗ ਦੀ ਸਤ੍ਹਾ ਵਿੱਚ ਉੱਭਰਨੇ ਸ਼ੁਰੂ ਹੋ ਜਾਂਦੇ ਜਿਹੜੇ ਕਿ ਵੱਧ ਕੇ ਖੁੰਭਾਂ ਬਣ ਜਾਂਦੇ ਹਨ। ਸੋ ਇਸ ਮਹੀਨੇ ਦੌਰਾਨ ਅਸੀਂ ਢੀਂਗਰੀ ਜਿਹੜੀ ਕਿ ਖੁੰਭਾਂ ਦੀ ਕਿਸਮ ਹੈ ਉਹਦੀ ਵੀ ਕਾਸ਼ਤ ਕੀਤੀ ਜਾ ਸਕਦੀ ਹੈ। ਜੀ ਕਿਸਾਨ ਵੀਰੋ, ਹੁਣ ਆਪਾਂ ਗੱਲ ਕਰੀਏ ਸ਼ਹਿਦ ਮੱਖੀ ਦੀ ਪਾਲਣਾ ਬਾਰੇ। ਸੋ ਜੇ ਸ਼ਹਿਦ ਮੱਖੀ ਕੁਟੁੰਬਾਂ ਦੇ ਵਿੱਚ ਡਰੋਨ ਬਰੂਡ ਪਾਲ ਰਿਹਾ ਹੈ ਜਾਂ ਫਿਰ ਜਵਾਨ ਡਰੋਨ ਦੀ ਜਿਹੜੀ ਸੰਖਿਆ ਜ਼ਿਆਦਾ ਹੈ ਤਾਂ ਸ਼ਹਿਦ ਦੀ ਮੱਖੀਆਂ ਦੇ ਕੁਟੁੰਬਾਂ ਦੀ ਗਿਣਤੀ ਵਧਾਉਣ ਵਾਸਤੇ ਇਸ ਮਹੀਨੇ ਦੇ ਸ਼ੁਰੂ ਤੋਂ ਹੀ ਤੋਰੀਏ ਜਾਂ ਫਿਰ ਸਰੋਂ ਦੀ ਫਸਲ ਤੇ ਰਾਣੀ ਮੱਖੀਆਂ ਤਿਆਰ ਕਰਨ ਸੰਬੰਧੀ ਉਪਰਾਲੇ ਕੀਤੇ ਜਾ ਸਕਦੇ ਹਨ। ਅਗਾਂਹ ਵਧੂ ਸ਼ਹਿਦ ਮੱਖੀ ਪਾਲਕ PAU ਦੀ ਸਮੂਹਿਕ ਸਮਕਾਲੀ ਰਾਣੀ ਮੱਖੀਆਂ ਤਿਆਰ ਕਰਨ ਦੀ ਤਕਨੀਕ ਅਪਣਾਉਣ। ਕਿਸਾਨ ਵੀਰੋ, ਇਹਨਾਂ ਮੱਖੀਆਂ ਦੇ ਉੱਤੇ ਕਈ ਵਾਰ ਬਰੂਡ ਮਾਈਟ ਦਾ ਹਮਲਾ ਵੀ ਆ ਜਾਂਦਾ ਹੈ, ਸੋ ਇਹਦੀ ਰੋਕਥਾਮ ਸਾਨੂੰ ਜਿਹੜੀ ਆ ਉਹ ਕਰਨੀ ਪੈਂਦੀ ਹੈ। ਉਸ ਲਈ ਛੱਤਿਆਂ ਦੇ ਉੱਪਰਲੇ ਡੰਡਿਆਂ ਦੇ ਉੱਤੇ ਗੰਧਕ ਦਾ ਧੂੜਾ 1 ਗ੍ਰਾਮ ਪ੍ਰਤੀ ਛੱਤੇ ਦੇ ਹਿਸਾਬ ਦੇ ਨਾਲ
ਧੂੜੋ ਜਾਂ ਫਿਰ ਅਸੀਂ ਇਹਦੇ ਲਈ 85% ਫਾਰਮਿਕ ਐਸਿਡ 5 ਜੀ। ਮਿਲੀਲੀਟਰ ਹਰ ਰੋਜ਼ ਦੇ ਹਿਸਾਬ ਦੇ ਨਾਲ ਲਗਾਤਾਰ 2 ਹਫ਼ਤੇ ਸਾਨੂੰ ਇਹ ਵਰਤਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਦੂਸਰੀ ਮਾਈਟ ਹੈ ਬਰੋਆ ਮਾਈਟ, ਇਹਦਾ ਹਮਲਾ ਵੀ ਆ ਜਾਂਦਾ ਹੈ। ਇਸ ਮਾਈਟ ਦੀ ਰੋਕਥਾਮ ਵੀ ਅਸੀਂ ਫਾਰਮਿਕ ਐਸਿਡ ਦੇ ਨਾਲ ਜਿਹੜੀ ਉਹ ਕਰ ਸਕਦੇ ਹਾਂ, ਜਾਂ ਫਿਰ ਬਾਟਮ ਬੋਰਡ ਉੱਤੇ ਚਿਪਕਣ ਵਾਲਾ ਕਾਗਜ਼ ਜਿਹਨੂੰ ਆਪਾਂ ਸਟicker ਕਹਿੰਦੇ ਆ ਉਹ ਲਗਾ ਦਈਏ ਤਾਂ ਵੀ ਅਸੀਂ ਇਸ ਦੀ ਰੋਕਥਾਮ ਜਿਹੜੀ ਆ ਉਹ ਕਰ ਸਕਦੇ ਹਾਂ। ਜੀ। ਛੱਤਿਆਂ ਦੇ ਵਿਚਾਲੇ ਦੇਰ ਸ਼ਾਮ ਨੂੰ 15 ਗ੍ਰਾਮ ਬਹੁਤ ਹੀ ਜਿਹੜੀ ਬਰੀਕ ਪੀਸੀ ਹੋਈ ਖੰਡ ਹੈ ਉਹ 10 ਫਰੇਮ ਪ੍ਰਤੀ ਅਸੀਂ ਕੁਟੁੰਬਾਂ ਦੇ ਵਿੱਚ 3-3 ਦਿਨ ਦੇ ਵਕਵੇ ਤੇ 7 ਤੋਂ 8 ਵਾਰ ਇੱਕ ਸਾਰ ਤੋੜ ਕੇ ਵੀ ਅਸੀਂ ਇਸ ਮਾਈਟ ਤੋਂ ਜਿਹੜਾ ਅਸੀਂ ਬਚ ਸਕਦੇ ਹਾਂ। ਕੁਟੁੰਬਾਂ ਵਿੱਚ ਖੁਰਾਕ ਨਾ ਹੋਣ ਦੀ ਸੂਰਤ ਦੇ ਵਿੱਚ ਲੋੜ ਅਨੁਸਾਰ ਖੰਡ ਦਾ ਜਿਹੜਾ ਘੋਲ ਹੈ ਉਹ ਸਾਨੂੰ ਦੇਣਾ ਚਾਹੀਦਾ ਹੈ। ਸੋ ਨਵੰਬਰ ਦਾ ਮਹੀਨਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਹੁਣ ਠੰਡ ਵਾਲਾ ਹੈ, ਇਸ ਕਰਕੇ ਕੁਟੁੰਬਾਂ ਨੂੰ ਆਉਣ ਵਾਲੇ ਸਮੇਂ ਵਿੱਚ ਠੰਡ ਤੋਂ ਬਚਾਉਣ ਲਈ ਸਰਦੀ ਦੀ ਜਿਹੜੀ ਪੈਕਿੰਗ ਹੈ ਉਹਦੇ ਸਾਨੂੰ ਉਪਰਾਲੇ ਕਰ ਲੈਣੇ ਚਾਹੀਦੇ ਹਨ। ਜੀ। ਕਿਸਾਨ ਵੀਰੋ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਪਸ਼ੂ ਪਾਲਣ ਜਿਹੜਾ ਖੇਤੀਬਾੜੀ ਦਾ ਇੱਕ ਢੰਗ ਹੈ, ਸੋ ਇਸ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਸੋ ਪਸ਼ੂਆਂ ਨੂੰ ਇਹ ਵਾਸਤੇ ਗੌਰ ਨਾਲ ਦੇਖੋ, ਜੇਕਰ ਤਾਰਾਂ ਬਿਲਕੁਲ ਸਾਫ਼ ਹੋਣ ਤਾਂ ਮਾਨਸੂਰੀ ਗਰਭਦਾਨ ਕਰਵਾਓ। ਸੋ 18 ਤੋਂ 21 ਦਿਨ ਬਾਅਦ ਦੁਬਾਰਾ ਫਿਰ ਇਹ ਵਾਸਤੇ ਦੇਖੋ। ਆਸ ਹੋਣ ਤੋਂ 2.5-3 ਮਹੀਨੇ ਬਾਅਦ ਪਸ਼ੂ ਦੀ ਗਰਭ ਵਾਸਤੇ ਪਰਖ ਕਰਵਾਉਣੀ ਚਾਹੀਦੀ ਹੈ। ਸੋ ਪਸ਼ੂਆਂ ਵਿੱਚ ਗਲਘੋਟੂ ਤੇ ਮੂੰਹ ਖੁਰ ਦੇ ਬਚਾਉਣ ਲਈ ਸਾਨੂੰ ਟੀਕੇ ਜਿਹੜੇ ਉਹ ਸਮੇਂ ਸਿਰ ਲਗਾਉਂਦੇ ਰਹਿਣਾ ਚਾਹੀਦਾ। ਸੋ ਮੜੱਪਾਂ ਤੋਂ ਕਰਦੇ ਰਹਿਣਾ ਚਾਹੀਦਾ। ਸੋ ਥਣਾ ਦੇ ਰੋਗ ਤੋਂ ਬਚਾਉਣ ਲਈ ਵੀ ਸਾਨੂੰ ਥਣਾ ਦਾ ਡੋਬਾ ਕਰਦੇ ਰਹਿਣਾ ਚਾਹੀਦਾ। ਸੋ ਕਟੜੂਆਂ ਤੇ ਵਛੜੂਆਂ ਥੱਲੇ ਸਾਨੂੰ ਸੁੱਕੀ ਸੁੱਕ ਪਾਉਣੀ ਚਾਹੀਦੀ ਹੈ ਅਤੇ ਸਮੇਂ ਸਿਰ ਮਲੱਪ ਰਹਿਤ ਟੀਕਾਕਰਨ ਕਰਵਾਉਂਦੇ ਰਹਿਣਾ ਚਾਹੀਦਾ। ਜਿਹੜੇ ਸਾਡੇ ਵੀਰ ਮੁਰਗੀ ਪਾਲਦੇ ਹਨ ਉਹਨਾਂ ਵਾਸਤੇ ਅਸੀਂ ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। 18 ਮਹੀਨੇ ਦੀ ਉਮਰ ਦੇ ਵਿੱਚ ਹੀ ਜਿਹੜੀਆਂ ਕਮਜ਼ੋਰ ਮੁਰਗੀਆਂ ਹਨ ਉਹਨਾਂ ਨੂੰ ਸਾਨੂੰ ਛਾਂਟ ਦੇਣਾ ਚਾਹੀਦਾ ਹੈ। ਸਰਦੀਆਂ ਵਿੱਚ ਮੁਰਗੀਆਂ ਨੂੰ ਠੰਡ ਤੋਂ ਬਚਾਉਣ ਲਈ ਇਹਨਾਂ ਦੇ ਜਿਹੜੇ ਸ਼ੈੱਡ ਹੈ ਉਹਦੇ ਆਲੇ ਦੁਆਲੇ ਸਾਨੂੰ ਪਰਦੇ ਲਗਾ ਦੇਣੇ ਚਾਹੀਦੇ ਹਨ। ਮੁਰਗੀਆਂ ਨੂੰ ਰਾਣੀ ਖੇਤ ਅਤੇ ਮੁਰਗ ਮਾਦਾ ਤੋਂ ਬਚਾਉਣ ਲਈ ਟੀਕੇ ਜ਼ਰੂਰ ਲਗਵਾਉਣੇ ਚਾਹੀਦੇ ਹਨ। ਮੁਰਗੀਆਂ ਨੂੰ ਠੰਡ ਤੋਂ ਬਚਾਉਣ ਲਈ ਇਹਨਾਂ ਦੇ ਛੱਤਾਂ ਦੇ ਉੱਪਰ ਜਿਹੜੀ ਪਰਾਲੀ ਹੈ ਉਹਦੀ ਤਹਿ ਵਿਛਾ ਦੇਣੀ ਚਾਹੀਦੀ ਹੈ ਤੇ ਇਹਨਾਂ ਸ਼ੈੱਡਾਂ ਨੂੰ ਸਾਫ਼ ਸੁਥਰਾ ਤੇ ਨਿੱਘਾ ਰੱਖੋ। ਤੇ ਸਰਦੀਆਂ ਵਿੱਚ ਜਿਹੜੀ ਫੀਡ ਹੈ ਉਹਨੂੰ 15 ਦਿਨਾਂ ਤੋਂ ਜ਼ਿਆਦਾ ਸਾਨੂੰ ਸਟੋਰ ਨਹੀਂ ਕਰਨਾ ਚਾਹੀਦਾ। ਵਾਹ ਜੀ ਵਾਹ। ਡਾਕਟਰ ਪਰਮਜੀਤ ਰਵਿੰਦਰ ਭਨੂਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਵੱਡਮੁੱਲੀ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਦੇ ਨਾਲ ਸਾਂਝੀ ਕੀਤੀ। ਮੁਰਗੀ ਪਾਲਣ ਬਾਰੇ, ਵਣ ਖੇਤੀ ਬਾਰੇ, ਪਸ਼ੂ ਪਾਲਣ ਬਾਰੇ ਸਭ ਕੁਝ ਤੁਸੀਂ ਜ਼ਿਕਰ ਕੀਤਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਗੱਲ ਇਹ ਅੱਗੋਂ ਉੱਠਦੀ ਹੈ ਵੀ ਜੋ ਇਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਉਹ ਕੀ ਕਿਸੇ ਕਿਤਾਬ ਦੇ ਰੂਪ ਦੇ ਵਿੱਚ ਦਰਜ ਹੈ? ਜੀ ਹਾਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜੋ ਪ੍ਰਕਾਸ਼ਨਾਵਾਂ ਤਿਆਰ ਕੀਤੀਆਂ ਜਾਂਦੀਆਂ ਉਹਨਾਂ ਦੇ ਸਾਰੇ ਖੇਤੀ ਰੁਝੇਵੇਂ। ਹੁਣ ਮੈਂ ਜੋ ਹੱਥ ਦੀ ਕਿਤਾਬ ਇਹ ਨਵੰਬਰ ਦੀ ਚੰਗੀ ਖੇਤੀ ਤੇ ਪ੍ਰੋਗਰੈਸਿਵ ਫਾਰਮਿੰਗ ਜੋ ਸਾਡੀ ਯੂਨੀਵਰਸਿਟੀ ਦਾ ਮਾਸਟਰ ਰਸਾਲਾ ਹੈ, ਕੀਮਤ ਸਿਰਫ 20 ਰੁਪਏ ਹੈ। ਇਹਦੇ ਵਿੱਚ ਇਹ ਸਾਰੇ ਲੇਖ ਤੇ ਲੇਖ ਤੋਂ ਇਲਾਵਾ ਜਿਹੜੀਆਂ ਸਿਖਲਾਈਆਂ ਤੋਂ ਇਲਾਵਾ ਜੋ ਇਹਨਾਂ ਨੇ ਤੁਹਾਡੇ ਨਾਲ ਜ਼ਿਕਰ ਕੀਤਾ ਇਸ 15 ਵਾਰ ਦੇ ਖੇਤੀ ਰੁਝੇਵੇਂ ਕੀ ਨੇ ਉਹ ਸਾਰੇ ਕੁਝ ਇਹਦੇ ਵਿੱਚ ਦਰਜ ਨੇ। ਤੁਸੀਂ ਬੜੇ ਸੌਖੇ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰਾਪਤ ਕਰ ਸਕਦੇ ਹੋ। ਸਾਲ ਦਾ ਜੇ ਆਪਾਂ ਗੱਲ ਕਰੀਏ ਵੀ ਇਹਦਾ ਜਿਹੜਾ ਚੰਦ ਹੈ ਉਹ 200 ਰੁਪਏ ਹੈ, ਕੁਝ ਵੀ ਨਹੀਂ ਹੈ। 5 ਸਾਲ ਦੇ ਲਈ ਜੇ ਤੁਸੀਂ ਮੈਂਬਰਸ਼ਿਪ ਲੈਣੀ ਹੈ ਤਾਂ ਤੁਸੀਂ 800 ਰੁਪਏ ਦੇ ਨਾਲ ਮੈਂਬਰਸ਼ਿਪ ਲੈ ਸਕਦੇ ਹੋ ਤੇ ਜੇ ਤੁਸੀਂ 10 ਸਾਲ ਦੇ ਲਈ ਮੈਂਬਰਸ਼ਿਪ ਲੈਣੀ ਹੈ ਤਾਂ ਉਹ ਤੁਸੀਂ ਸਿਰਫ 1600 ਰੁਪਏ ਦੇ ਨਾਲ ਮੈਂਬਰਸ਼ਿਪ ਲੈ ਸਕਦੇ ਹੋ। ਕੋਈ ਜ਼ਰੂਰੀ ਨਹੀਂ ਤੁਹਾਨੂੰ ਇਹਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆਉਣਾ ਪਊਗਾ। ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਇਹ ਜੇ ਕਿਤਾਬਚੇ ਨੇ, ਇਹ ਕਿਤਾਬਚੇ ਸਾਰੇ ਤੁਸੀਂ ਯੂਨੀਵਰਸਿਟੀ ਦੇ ਜੋ ਵੱਖ-ਵੱਖ ਜੋ ਕੇਂਦਰ ਨੇ ਤੁਸੀਂ ਉਹਨਾਂ ਕੇਂਦਰਾਂ ਤੋਂ ਵੀ ਪ੍ਰਾਪਤ ਕਰ ਸਕਦੇ ਹੋ। ਬੜਾ ਸੌਖਾ ਤਰੀਕਾ ਹੈ। ਜੇ ਤੁਸੀਂ ਚਾਹੁੰਦੇ ਵੀ ਡਾਕ ਰਾਹੀਂ ਇਹ ਮੰਗਵਾਉਣਾ ਤੁਸੀਂ ਡਾਕ ਰਾਹੀਂ ਮੰਗਾ ਸਕਦੇ ਹੋ। ਡਾਕ ਦਾ ਸਾਡਾ ਕੋਈ ਖਰਚਾ ਨਹੀਂ ਲਿਆ ਜਾਂਦਾ। ਇਹ ਕਿਤਾਬਚੇ ਵਿਕਸਿਤ ਕਰਨ ਲਈ ਸਾਡੀ ਯੂਨੀਵਰਸਿਟੀ ਵੱਲੋਂ ਟੂ ਦੀ ਕਾਸਟ ਜਿੰਨੀ ਲਾਗਤ ਹੈ ਉਸ ਮੁੱਲ ਦੇ ਆਧਾਰ ਤੇ ਇਹ ਕਿਤਾਬਚੇ ਤਕਰੀਬਨ 180 ਦੇ ਨੇੜੇ ਇਹਨਾਂ ਦੀ ਗਿਣਤੀ ਆ ਜਾਂਦੀ ਹੈ। ਜਿਨ੍ਹਾਂ ਦੀ ਕੀਮਤ 5 ਰੁਪਈਆ ਤੋਂ ਲੈ ਕੇ 180 ਰੁਪਏ ਤੱਕ ਹੈ। ਉਹ ਸਾਰੀ ਵੀ ਇਹਨਾਂ ਦੀ ਕੀਮਤ ਤੁਸੀਂ ਤਾਰ ਕੇ ਵੀ ਕਰ ਸਕਦੇ ਹੋ। ਹੋਰ ਨਵੇਕਲਾ ਉਪਰਾਲਾ ਕੀਤਾ ਹੈ ਆਨਲਾਈਨ ਸਿਸਟਮ ਦਾ, ਉਹਦੇ ਬਾਰੇ ਮੈਂ ਜ਼ਿਕਰ ਬਾਅਦ ਚ ਕਰਾਂਗਾ। ਗੱਲ ਉਦੋਂ ਬਾਅਦ ਤੁਰਦੀ ਹੈ ਜਦੋਂ ਕਿਤਾਬ ਦੀ ਆਪਾਂ ਲੈ ਲਈ ਆਪਣੀ ਜੋ ਖੇਤੀ ਨੇ ਤਕਨੀਕੀ ਖੇਤੀ ਬਣਾਉਣਾ ਉਹਦੇ ਲਈ ਸਿਖਲਾਈਆਂ ਦੀ ਬੜੀ ਮਹੱਤਤਾ ਹੈ। ਫਿਰ ਉਸ ਤੋਂ ਪਹਿਲਾਂ ਜੋ ਜ਼ਿਕਰ ਕੀਤਾ ਸੀਗਾ
ਸਵਾਣੀਆਂ ਦੇ ਨਾਲ ਇੱਕ ਘਰ ਦਾ ਸਾਈਕਲ ਪੂਰਾ ਹੁੰਦਾ ਹੈ। ਅਸੀਂ ਅੱਜ ਦਾ ਪ੍ਰੋਗਰਾਮ ਪਿੰਡ ਸਵਾਣੀਆਂ ਦੇ ਲਈ ਸਮਰਪਿਤ ਬਣਾਇਆ ਸੀਗਾ। ਉਹਦੇ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਵਿੱਚ ਗੱਲ ਕਰਨਗੇ ਤੇ ਉਸ ਤੋਂ ਇਲਾਵਾ ਸਵਾਣੀਆਂ ਕਿਸ ਤਰ੍ਹਾਂ ਆਪਣਾ ਯੋਗਦਾਨ ਪਾ ਸਕਦੀਆਂ, ਉਹਦੇ ਲਈ ਅਸੀਂ ਬੇਨਤੀ ਕੀਤੀ। ਡਾਕਟਰ ਕਿਰਨ ਗਰੋਵਰ ਜੀ ਜੋ ਸੀਨੀਅਰ ਵਿਗਿਆਨੀ ਨੇ ਸਕਿੱਲ ਡਿਵੈਲਪਮੈਂਟ ਸੈਂਟਰ, ਮੈਡਮ ਆਪ ਦਾ ਸਵਾਗਤ ਹੈ। ਡਾਕਟਰ ਸੁਖਦੀਪ ਕੌਰ ਇਹ ਸਾਡੇ ਵਿਗਿਆਨੀ ਨੇ ਪ੍ਰਸਾਰ ਸਿੱਖਿਆ ਵਿਭਾਗ ਦੇ ਵਿੱਚ, ਮੈਡਮ ਆਪ ਜੀ ਦਾ ਵੀ ਸਵਾਗਤ ਹੈ। ਮੈਡਮ ਮੈਂ ਇਹ ਕਰਾਂਗੇ ਕਿ ਇਹ ਸਵਾਣੀਆਂ ਦੇ ਨਾਲ ਸੰਬੰਧਿਤ ਜ਼ਿਆਦਾ ਇਹਦੇ ਵੀ ਸਵਾਲ ਆਉਣਗੇ ਜਿਹੜੇ ਲਾਈਵ ਹੋਣਗੇ, ਮੈਂ ਨਾਲ ਦੱਸੀ ਜਾਊਂਗਾ ਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਤੁਸੀਂ ਜ਼ਿਕਰ ਕਰਨਾ। ਮੈਡਮ ਸੁਖਦੀਪ ਕੋਲ ਤੁਸੀਂ ਜ਼ਰੂਰ। ਹਾਂਜੀ ਹਾਂਜੀ, ਧੰਨਵਾਦ ਡਾਕਟਰ ਅਨਿਲ ਸ਼ਰਮਾ ਜੀ। ਜੀ ਪਹਿਲਾਂ ਤਾਂ ਮੈਂ ਨਿੱਘਾ ਸਵਾਗਤ ਕਰਦੀ ਹਾਂ ਆਪਣੇ ਕਿਸਾਨ ਵੀਰਾਂ ਦਾ ਅਤੇ ਭੈਣਾਂ ਦਾ ਜੋ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜੇ ਹੋਏ ਹਨ। ਜਿਵੇਂ ਡਾਕਟਰ ਸ਼ਰਮਾ ਨੇ ਗੱਲ ਕੀਤੀ, ਅਸੀਂ ਸਾਰੇ ਭਲੀ ਭਾਂਤੀ ਜਾਣਦੇ ਹਾਂ ਕਿ ਔਰਤਾਂ ਪਰਿਵਾਰ ਦਾ ਇੱਕ ਧੁਰਾ ਹਨ। ਔਰਤਾਂ ਦਾ ਪਰਿਵਾਰ ਦੇ ਸਰਬਪੱਖੀ ਵਿਕਾਸ ਵਿੱਚ ਬਹੁਤ ਯੋਗਦਾਨ, ਆਪਾਂ ਕਹਿ ਸਕਦੇ ਵਡਮੁੱਲਾ ਯੋਗਦਾਨ ਹੈ, ਭਾਵੇਂ ਉਹ ਪਰਿਵਾਰ ਦੀ ਸਮਾਜਿਕ ਦੁਨੀਆਦਾਰੀ ਜਾਂ ਆਪਾਂ ਕਹਿ ਦਈਏ ਆਰਥਿਕ ਅਵਸਥਾ ਹੋਵੇ ਜਾਂ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਹੋਵੇ। ਇਸ ਦੇ ਨਾਲ ਹੀ ਜਿਹੜੇ ਪਰਿਵਾਰ ਦੇ ਰਿਸੋਰਸਿਸ ਹੈ, ਜਿਹਨੂੰ ਆਪਾਂ ਕਹਿੰਦੇ ਨੇ ਪਰਿਵਾਰ ਦੇ ਸਰੋਤ ਦਾ ਪ੍ਰਬੰਧ ਹੈ, ਉਹ ਵੀ ਉਚੇਜਾ ਕਰਨ ਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜੇ ਅਸੀਂ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਕੋਈ ਵੀ ਖੇਤਰ ਇਹੋ ਜਿਹਾ ਨਹੀਂ ਹੈ ਜਿੱਥੇ ਔਰਤਾਂ ਨੇ ਆਪਣੀ ਹੋਂਦ ਤੇ ਪਹਿਚਾਣ ਨਾ ਬਣਾਈ ਹੋਵੇ। ਜੇ ਇਹ ਖੇਤਰਾਂ ਦੀ ਗੱਲ ਕਰੀਏ, ਭਾਵੇਂ ਉਹ ਪੜ੍ਹਾਈ ਲਿਖਾਈ ਦਾ, ਭਾਵੇਂ ਉਹ ਖੇਤੀਬਾੜੀ ਦਾ ਜਾਂ ਖੇਤੀਬਾੜੀ ਦੇ ਨਾਲ ਸੰਬੰਧਿਤ ਸਹਾਇਕ ਧੰਦਿਆਂ ਦਾ ਜਾਂ ਦੂਸਰੇ ਕਾਰੋਬਾਰਾਂ ਨਾਲ ਸੰਬੰਧਿਤ ਰੱਖਦਾ ਹੈ। ਤੇ ਅਸੀਂ ਜਾਣਦੇ ਕਿ ਉਦਮੀ ਔਰਤ ਜਿਹੜੀ ਹੈ ਉਹ ਆਤਮ ਨਿਰਭਰ ਹੋ ਕੇ ਆਪਣੇ ਪਰਿਵਾਰ ਦੀ ਅਤੇ ਸਮਾਜ ਦੀ ਖੁਸ਼ਹਾਲੀ ਅਤੇ ਆਰਥਿਕ ਅਵਸਥਾ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੀ ਹੈ। ਅੱਜ ਅਸੀਂ ਇਸੇ ਵਿਸ਼ੇ ਤੇ, ਜਿਵੇਂ ਡਾਕਟਰ ਸ਼ਰਮਾ ਨੇ ਤੁਹਾਨੂੰ ਦੱਸਿਆ, ਇਸੇ ਵਿਸ਼ੇ ਤੇ ਅਹਿਮ ਵਿਸ਼ਾ ਇੱਕ ਸਾਡਾ ਆਤਮ ਨਿਰਭਰਤਾ ਤੇ ਔਰਤਾਂ, ਇਹਨਾਂ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਤੇ ਇਸ ਵਿਸ਼ੇ ਤੇ ਵਿਚਾਰ ਵਟਾਂਦਰਾ ਕਰਨ ਲਈ ਅਸੀਂ ਉਚੇਜੇ ਤੌਰ ਤੇ ਸੱਦਾ ਦਿੱਤਾ ਹੈ। ਜਿਵੇਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਡਾਕਟਰ ਸੁਖਦੀਪ ਕੌਰ ਮਾਨ ਉਹਨਾਂ ਨੂੰ, ਇਹ ਡਾਕਟਰ ਸਾਹਿਬ ਡਾਕਟਰ ਸੁਖਦੀਪ ਪ੍ਰਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧ ਵਿਭਾਗ ਕਾਲਜ ਆਫ ਕਮਿਊਨਿਟੀ ਸਾਇੰਸ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਆਪਣੀਆਂ ਸੇਵਾ ਨਿਭਾ ਰਹੇ ਹਨ। ਡਾਕਟਰ ਸੁਖਦੀਪ, ਤੁਹਾਡਾ ਇਸ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਸਵਾਗਤ। ਤੇ ਅਸੀਂ ਇਸ ਵਿਸ਼ੇ ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ ਵੀ ਆਪਾਂ ਆਤਮ ਨਿਰਭਰਤਾ, ਸਵੈ ਨਿਰਭਰਤਾ ਦੀ ਗੱਲ ਕਰਦੇ ਹਾਂ ਤੇ ਇਹ ਤੋਂ ਕੀ ਭਾਵ ਕੀ ਹੈ, ਇਹਦਾ ਕੀ ਮਤਲਬ ਹੈ ਵੀ ਆਤਮ ਨਿਰਭਰਤਾ ਕੀ ਹੈ, ਕੀ ਚੀਜ਼? ਸਭ ਤੋਂ ਪਹਿਲਾਂ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੇਸਬੁੱਕ ਲਾਈਵ ਅਤੇ YouTube ਚੈਨਲ ਨਾਲ ਜੁੜੇ ਸਾਰੇ ਹੀ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਆਤਮ ਨਿਰਭਰਤਾ ਕੀ ਹੈ? ਜੇ ਆਮ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਦੂਸਰੇ ਤੇ ਨਿਰਭਰ ਨਾ ਹੋਣਾ ਨੂੰ ਹੀ ਆਤਮ ਨਿਰਭਰਤਾ ਕਿਹਾ ਜਾ ਸਕਦਾ ਹੈ। ਜਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਇਨਸਾਨ ਆਪਣੀ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਆਪਣੇ ਫੈਸਲੇ ਖੁਦ ਲੈਂਦਾ ਹੈ ਜਾਂ ਆਪਣੀਆਂ ਮੁਸ਼ਕਿਲਾਂ ਦਾ ਹੱਲ ਖੁਦ ਕਰ ਸਕਦਾ ਹੈ, ਉਸ ਇਨਸਾਨ ਨੂੰ ਆਤਮ ਨਿਰਭਰ ਕਿਹਾ ਜਾਂਦਾ ਹੈ। ਬਿਲਕੁਲ ਠੀਕ ਹੈ ਡਾਕਟਰ ਸੁਖਦੀਪ। ਡਾਕਟਰ ਸੁਖਦੀਪ, ਜਿਵੇਂ ਅਸੀਂ ਸਾਨੂੰ ਸਾਰਿਆਂ ਨੂੰ ਪਤਾ ਵੀ ਔਰਤਾਂ ਦਾ ਸਮਾਜ ਵਿੱਚ, ਪਰਿਵਾਰ 'ਚ ਇੱਕ ਬਹੁਪੱਖੀ ਰੋਲ ਹੈ ਨਾ। ਭਾਵੇਂ ਪਰਿਵਾਰ ਵਿੱਚ ਇੱਕ ਧੀ ਦਾ ਕਹਿ ਲਓ, ਭਾਵੇਂ ਪਰਿਵਾਰ 'ਚ ਇੱਕ ਘਰਵਾਲੀ ਦਾ, ਇੱਕ ਪਰਿਵਾਰ 'ਚ ਮਾਂ ਦਾ ਰੋਲ ਹੈ। ਪਰ ਇਹਨਾਂ ਰੋਲਾਂ ਦੇ, ਇਹਨਾਂ ਦੇ ਨਾਲ ਜੋ ਆਪਣਾ ਨਿਭਾ ਰਹੀਆਂ ਔਰਤਾਂ ਨੂੰ ਆਤਮ ਨਿਰਭਰ ਹੋਣਾ ਕਿਉਂ ਜ਼ਰੂਰੀ ਹੈ? ਮਤਲਬ ਕਿ ਕਿਉਂ ਲੋੜ ਕਿਉਂ ਹੈ ਆਤਮ ਨਿਰਭਰ ਹੋਣ ਦੀ ਔਰਤਾਂ ਨੂੰ? ਬਿਲਕੁਲ ਠੀਕ ਜੀ। ਵੈਸੇ ਜਿਵੇਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅੱਜ ਕੱਲ੍ਹ ਦੇ ਮਹਿੰਗਾਈ ਦੇ ਦੌਰ ਵਿੱਚ ਇੱਕ ਪਰਿਵਾਰਿਕ ਮੈਂਬਰ ਦੇ ਨਾਲ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਜੇਕਰ ਔਰਤ ਵਿੱਤੀ ਤੌਰ ਤੇ ਸੁਤੰਤਰ ਹੈ ਤਾਂ ਉਹ ਆਪਣੇ ਘਰੇਲੂ ਖਰਚਿਆਂ ਵਿੱਚ ਯੋਗਦਾਨ ਪਾ ਸਕਦੀ ਹੈ ਅਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰ ਸਕਦੀ ਹੈ। ਦੂਸਰਾ ਇਹ ਵੀ ਹੈ ਕਿ ਜੇਕਰ ਔਰਤ ਆਪਣੇ ਪੈਰਾਂ ਤੇ ਖੜੀ ਹੈ ਤਾਂ ਉਹ ਆਪਣੇ ਪਰਿਵਾਰ ਦੀਆਂ ਬਹੁਤ ਸਾਰੀਆਂ ਸਮਾਜਿਕ ਅਤੇ ਭਾਵਨਾਤਮਕ ਜ਼ਰੂਰਤਾਂ ਦੀ ਪੂਰੀ ਕਰ ਸਕਦੀ ਹੈ। ਆਪਣੇ ਬੱਚਿਆਂ ਨੂੰ ਇੱਕ ਚੰਗਾ ਭਵਿੱਖ ਦੇ ਸਕਦੀ ਹੈ, ਆਪਣੇ ਬੱਚਿਆਂ ਲਈ ਪ੍ਰੇਰਨਾ ਸਰੋਤ ਬਣ ਸਕਦੀ ਹੈ ਅਤੇ ਨਾਲ ਆਪਣੇ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਔਰਤਾਂ ਲਈ ਪ੍ਰੇਰਨਾ ਸਰੋਤ ਬਣ ਸਕਦੀ ਹੈ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ। ਬਿਲਕੁਲ ਠੀਕ ਡਾਕਟਰ ਸੁਖਦੀਪ ਜੀ। ਆਪਾਂ ਮਤਲਬ ਕਿ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ ਔਰਤਾਂ ਲਈ। ਤੇ ਜਿਵੇਂ ਤੁਸੀਂ ਦੱਸਿਆ ਤੇ ਸਾਡੀਆਂ ਬੀਬੀਆਂ, ਕਿਸਾਨ ਭੈਣਾਂ ਇਹ ਆਤਮ ਨਿਰਭਰ ਬਣ ਕਿਵੇਂ ਸਕਦੀਆਂ ਵੀ? ਕਿਹੜੇ ਆਪਾਂ ਕਹਿ ਸਕਦੇ ਧੰਦੇ ਜਿਨ੍ਹਾਂ ਨੂੰ ਅਪਣਾ ਕੇ ਉਹ ਆਪਣੇ ਆਪ ਨੂੰ ਸਵੈ ਨਿਰਭਰ ਬਣਾ ਸਕਦੀਆਂ, ਆਪਣੇ ਘਰ ਦੀ ਆਮਦਨ ਦੇ ਵਿੱਚ ਵਾਧਾ ਕਰ ਸਕਦੀਆਂ? ਹਾਂਜੀ, ਇੱਥੇ ਮੈਂ ਇੱਕ ਬਹੁਤ ਖਾਸ ਗੱਲ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਪਹਿਲਾਂ ਸੋਚਿਆ ਜਾਂਦਾ ਸੀ ਕਿ ਜੇ ਕਿਸੇ ਕੋਲ ਉੱਚ ਸਿੱਖਿਆ ਹੈ ਤਾਂ ਉਹੀ ਇੱਕ ਚੰਗੀ ਨੌਕਰੀ ਲੈ ਕੇ ਆਤਮ ਨਿਰਭਰ ਹੋ ਸਕਦੀ ਹੈ। ਪਰ ਜਿਵੇਂ ਜ਼ਮਾਨਾ ਬਦਲ ਰਿਹਾ ਹੈ, ਮੈਨੂੰ ਲੱਗਦਾ ਹੈ ਹੁਣ ਬਹੁਤ ਸਾਰੇ ਇਹੋ ਜਿਹੇ ਧੰਦੇ ਹੈ ਜਿਹਦੇ ਵਿੱਚ ਤੁਹਾਡੇ ਕੋਲ ਖਾਸ ਉੱਚ ਐਜੂਕੇਸ਼ਨ ਨਹੀਂ ਵੀ ਹੈ, ਤੁਸੀਂ ਤਾਂ ਵੀ ਆਪਣੀ ਆਤਮ ਨਿਰਭਰ ਹੋ ਸਕਦੇ ਹੋ।
ਜੋ ਲੋਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ ਉਹ ਤਾਂ ਜਾਣਦੇ ਹੀ ਹੋਣਗੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਪਰਿਵਾਰਾਂ ਅਤੇ ਕਿਸਾਨ ਬੀਬੀਆਂ ਦੀ ਆਰਥਿਕ ਹਾਲਤ ਸੁਧਾਰਨ ਲਈ ਸ਼ੁਰੂ ਤੋਂ ਹੀ ਵਚਨਬੱਧ ਹੈ। ਸੋ ਬਹੁਤ ਸਾਰੇ ਕਿੱਤੇ ਹਨ ਜਿਨ੍ਹਾਂ ਵਿੱਚ ਕੁਝ ਕੁ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗੀ ਕਿ ਜੋ ਕਿਸਾਨ ਬੀਬੀਆਂ ਆਪਣੇ ਘਰ ਵਿੱਚ ਹੀ ਸ਼ੁਰੂ ਕਰ ਸਕਦੀਆਂ ਹਨ ਜਾਂ ਖੇਤੀ ਦੇ ਨਾਲ ਜੋ ਸਹਾਇਕ ਧੰਦੇ ਹਨ ਉਹ ਔਰਤਾਂ ਕਰ ਸਕਦੀਆਂ ਹਨ। ਇਹਨਾਂ ਵਿੱਚ ਜਿਵੇਂ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਮੁੱਖ ਫਸਲਾਂ ਦੇ ਉਤਪਾਦਨ ਤੋਂ ਵੱਖ-ਵੱਖ ਤਰ੍ਹਾਂ ਦੇ ਪਦਾਰਥ ਤਿਆਰ ਕਰਨੇ, ਜਿਵੇਂ ਕਿ ਕਣਕ ਤੋਂ ਆਪਾਂ ਆਟਾ ਜਾਂ ਦਲੀਆ ਬਣਾ ਸਕਦੇ ਹਾਂ, ਗੁੜ ਅਤੇ ਸ਼ੱਕਰ ਬਣਾ ਕੇ ਦੇ ਸਕਦੇ ਹਾਂ। ਇਸ ਤੋਂ ਇਲਾਵਾ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ, ਜਿਨ੍ਹਾਂ ਵਿੱਚ ਆਪਾਂ ਅਚਾਰ, ਮੁਰੱਬੇ, ਚਟਨੀਆਂ ਬਣਾ ਕੇ ਵੀ ਇਸ ਨੂੰ ਆਮਦਨ ਵਧਾਊ ਧੰਦੇ ਵਜੋਂ ਸ਼ੁਰੂ ਕਰ ਸਕਦੇ ਹਾਂ। ਅਤੇ ਇਸ ਦੇ ਨਾਲ ਬਹੁਤ ਜ਼ਿਆਦਾ ਖੇਤੀ ਸਹਾਇਕ ਧੰਦੇ ਵੀ ਹਨ ਜਿਨ੍ਹਾਂ ਵਿੱਚ ਮਧੂਮੱਖੀ ਪਾਲਣ ਹੈ, ਪੋਲਟਰੀ ਫਾਰਮਿੰਗ ਹੈ, ਖੁੰਬਾਂ ਦੀ ਕਾਸ਼ਤ ਹੈ ਅਤੇ ਡੇਅਰੀ ਫਾਰਮਿੰਗ ਹੈ। ਡੇਅਰੀ ਫਾਰਮਿੰਗ ਦੇ ਨਾਲ ਵੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਕਿ ਜਿਹੜੇ ਕਿਸਾਨ ਪਰਿਵਾਰ ਡੇਅਰੀ ਫਾਰਮਿੰਗ ਕਰਦੇ ਹਨ ਉਹ ਦੁੱਧ ਦੇ ਨਾਲ ਜੇਕਰ ਪਨੀਰ, ਖੋਆ, ਮੱਖਣ, ਦਹੀਂ ਬਣਾ ਕੇ ਵੇਚਣ ਤਾਂ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਹਾਂ ਬਿਲਕੁਲ ਡਾਕਟਰ ਸੁਖਦੀਪ ਜੀ, ਕਿਉਂਕਿ ਹੁਣ ਹਰ ਦਾ ਖੁਰਾਕੀ ਢਾਂਚਾ ਬਦਲ ਰਿਹਾ ਹੈ ਨਾ, ਤੇ ਜਿਵੇਂ ਦੀ ਲੋੜ ਹੈ ਉਵੇਂ ਆਪਾਂ ਨੂੰ ਪ੍ਰੋਡਕਸ਼ਨ, ਆਪਾਂ ਨੇ ਪ੍ਰੋਡਕਟ ਬਣਾਉਣ ਦੀ ਲੋੜ ਹੈ। ਜਿਵੇਂ ਤੁਸੀਂ ਵੈਲਿਊ ਐਡਿਡ ਪ੍ਰੋਡਕਟ ਦੀ ਗੱਲ ਕੀਤੀ ਵੀ ਜਿਵੇਂ ਅਨਾਜ ਹੈ, ਆਟੇ ਦੀ ਜਗ੍ਹਾ ਆਪਾਂ ਉਹਦੇ ਤੋਂ ਹੋਰ ਕਈ ਪ੍ਰੋਡਕਟ ਬਣਾ ਕੇ, ਜਿਵੇਂ ਬਿਸਕਿਟ, ਕੁਕੀਜ਼, ਕੇਕ, ਇਹੋ ਜਿਹੀਆਂ ਚੀਜ਼ਾਂ ਅਸੀਂ ਬਣਾ ਕੇ ਮਤਲਬ ਕਿ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਹੈ ਉਹ ਅਸੀਂ ਦੇ ਸਕਦੇ ਹਾਂ। ਤੇ ਮੈਂ ਇੱਥੇ ਹੀ ਨਾਲ ਦੱਸਣਾ ਚਾਹਾਂਗੀ ਕਿ ਜਿਹੜੀਆਂ ਧੰਦੇ ਡਾਕਟਰ ਸੁਖਦੀਪ ਹੋਣਾ ਨੇ ਦੱਸੇ, ਇਹਨਾਂ ਦੀ ਸਿਖਲਾਈ ਦੀ ਲੋੜ ਹੈ। ਦੇਖੋ ਹੁਨਰ ਤਾਂ ਹਰ ਔਰਤ ਦੇ ਵਿੱਚ ਹੁੰਦਾ ਹੈ, ਪਰ ਲੋੜ ਹੁੰਦੀ ਹੈ ਉਸ ਹੁਨਰ ਨੂੰ ਉਭਾਰਨ ਦੀ, ਤਾਂ ਕਿ ਉਹ ਸਿਖਲਾਈ ਲੈ ਕੇ ਉਸ ਹੁਨਰ ਨੂੰ ਆਪਣੇ ਇੱਕ ਕਾਰੋਬਾਰ ਦੇ ਵਿੱਚ ਬਦਲ ਸਕਦੀ ਹੈ। ਤੇ ਇਸ ਸਿਖਲਾਈ ਵਾਸਤੇ, ਸਿਖਲਾਈ ਕੋਰਸਾਂ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਸਥਿਤ ਹੈ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਹੁਨਰ ਵਿਕਾਸ ਲਈ ਸਕਿੱਲ ਟ੍ਰੇਨਿੰਗਸ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਹਨ। ਇਹ ਜਿਹੜੀਆਂ ਟ੍ਰੇਨਿੰਗਸ ਹਨ, ਜਿਵੇਂ ਡਾਕਟਰ ਸੁਖਦੀਪ ਉਹਨਾਂ ਨੇ ਦੱਸਿਆ, ਜਿਵੇਂ ਮਧੂਮੱਖੀ ਪਾਲਣ, ਖੁੰਬਾਂ ਦੀ ਕਾਸ਼ਤ, ਬੇਕਰੀ ਪ੍ਰੋਡਕਟ ਬਣਾਉਣੇ, ਜਾਂ ਹੋਰ ਜਿਹੜੀਆਂ ਵੀ ਮੇਰੀਆਂ ਭੈਣਾਂ ਜਿਹੋ ਜਿਹੀ ਟ੍ਰੇਨਿੰਗ ਲੈਣਾ ਚਾਹੁੰਦੀਆਂ, ਉਹ ਟ੍ਰੇਨਿੰਗ ਜਿਹੜੀ ਹੈਗੀ ਉਹ ਟ੍ਰੇਨਿੰਗ ਸਾਡੇ ਸਕਿੱਲ ਡਿਵੈਲਪਮੈਂਟ ਦੇ ਸੈਂਟਰ ਦੇ ਵਿੱਚ ਨੈਸ਼ਨਲ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਅੰਡਰ ਦਿੱਤੀਆਂ ਜਾਂਦੀਆਂ। ਤੇ ਇਹ ਜਿਹੜੀਆਂ ਟ੍ਰੇਨਿੰਗ ਹੈ 200 ਤੋਂ 240 ਘੰਟੇ ਦੀਆਂ ਹੁੰਦੀਆਂ, ਤੇ ਇਹ ਸਪੈਸ਼ਲ ਜਿਹੜੀਆਂ ਟ੍ਰੇਨਿੰਗ ਹੈ ਪ੍ਰੈਕਟੀਕਲ, ਤਾਂ ਕਿ ਸਾਡੀਆਂ ਸਿਖਲਾਈ ਲੈਣ ਆਉਂਦੀ ਹੈ ਉਹ ਪ੍ਰੈਕਟੀਕਲ ਆਪਣੇ ਹੱਥੀਂ ਕੰਮ ਕਰਕੇ ਆਪਣੇ ਆਪ ਨੂੰ ਆਪਣੇ ਵਿੱਚ ਵਿਸ਼ਵਾਸ ਕਾਇਮ ਕਰਕੇ ਅੱਗੇ ਚੱਲ ਸਕਣ। ਮੈਡਮ ਜੇ ਤੁਸੀਂ ਜਾ ਸਕਦੇ ਹੋ ਤਾਂ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਫੋਟੋ ਤੇ ਪਲੱਸ ਸਿਖਲਾਈਆਂ ਅਸੀਂ ਹਾਂਜੀ ਦਿਖਾਉਣਾ ਚਾਹੁੰਦਾ। ਬਿਲਕੁਲ ਡਾਕਟਰ, ਮੈਂ ਆਪਣੇ ਸਾਥੀਆਂ ਨੂੰ ਕਹਾਂਗਾ ਤੁਸੀਂ ਮਾੜਾ ਜਿਹਾ ਇੱਧਰ ਕਰਿਓ ਤਾਂ। ਹਾਂਜੀ, ਜਿਵੇਂ ਆਪਾਂ ਨਾਲ ਵੀ ਗੱਲਾਂ ਕਰਦੇ ਆ ਵੀ ਸਕਿੱਲ ਡਿਵੈਲਪਮੈਂਟ ਸੈਂਟਰ 'ਚ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਡੀਆਂ 200 ਤੋਂ 240 ਘੰਟੇ ਦੀਆਂ ਟ੍ਰੇਨਿੰਗ ਹੁੰਦੀਆਂ, ਤੇ ਇਹ ਟ੍ਰੇਨਿੰਗ ਲੈਣ ਤੋਂ ਬਾਅਦ ਜਿਹੜੀਆਂ ਸਾਡੀਆਂ ਸਿਖਿਆਰਥਣਾਂ ਹੈ ਉਹ ਆਪਣਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਹਨਾਂ ਨੂੰ ਸਰਟੀਫਿਕੇਟ ਮਿਲਦਾ, ਉਹ ਨੈਸ਼ਨਲ, ਉਹਨੂੰ ਰਾਸ਼ਟਰੀ ਪੱਧਰ ਦਾ ਸਰਟੀਫਿਕੇਟ ਹੁੰਦਾ। ਉਹ ਆਪਣਾ ਕੋਈ ਵੀ ਕੰਮ, ਕਿਸੇ ਵੀ ਲੋਨ ਲੈ ਕੇ ਕਿਸੇ ਵੀ ਕੰਮ ਨੂੰ ਸ਼ੁਰੂ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਸਕਿੱਲ ਡਿਵੈਲਪਮੈਂਟ ਸੈਂਟਰ 'ਚ ਸਾਡੇ ਕੋਲ ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ ਸੈਂਟਰ ਵੀ ਹੈ। ਇਸ ਸੈਂਟਰ ਦੇ ਵਿੱਚ ਸਾਡੇ ਕੋਲ 2 ਪ੍ਰੋਗਰਾਮ ਹੈ, ਉਦਮ ਤੇ ਉਡਾਨ, ਜਿਹਦੇ ਵਿੱਚ ਉਦਮ ਦੇ ਵਿੱਚ ਜਿਹੜਾ ਇੱਕ ਆਪਣੇ ਆਪ ਨੂੰ ਐਗਰੀਪ੍ਰੈਨਿਓਰ, ਮਤਲਬ ਕਿ ਜਿਵੇਂ ਸੁਖਦੀਪ ਮੈਡਮ ਨੇ ਦੱਸਿਆ ਖੇਤੀਬਾੜੀ ਦੇ ਸੰਬੰਧਿਤ ਕੋਈ ਧੰਦਾ ਸ਼ੁਰੂ ਕਰਨਾ ਚਾਹੁੰਦਾ ਹੈ, ਤੇ ਉਹ ਆਪਣਾ ਉੱਥੇ ਜਦੋਂ ਉਸ ਦੀ ਆਪਣਾ ਆਈਡੀਆ ਪੇਸ਼ ਕਰਦਾ ਤੇ ਉਹ ਆਈਡੀਆ ਸਿਲੈਕਟ ਹੋਣ ਤੋਂ ਬਾਅਦ ਉਹ ਸਿਖਿਆਰਥਣ ਨੂੰ ਗ੍ਰਾਂਟ ਇਨ ਏਡ ਮਿਲ ਜਾਂਦੀ ਹੈ 5 ਲੱਖ ਤੱਕ, ਤੇ ਨਾਲ ਦੀ ਨਾਲ ਉਹਨਾਂ ਨੂੰ 2 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਨਿਪੁੰਨਤਾ ਦਿੱਤੀ ਜਾਵੇ ਜਿਹੜਾ ਪ੍ਰੋਡਕਟ ਬਣਾਉਂਦੇ ਉਹਦੀ ਸੇਲ ਕਿਵੇਂ ਕਰਨੀ, ਉਹਨੂੰ ਮਾਰਕੀਟ 'ਚ ਕਿਵੇਂ ਲੈ ਕੇ ਆਉਣਾ। ਤੇ ਇਸ ਤਰ੍ਹਾਂ ਉਡਾਨ ਜਿਹੜਾ ਹੈਗਾ, ਜਦੋਂ ਉਹਨਾਂ ਦਾ ਬਿਜ਼ਨਸ ਸੈੱਟ ਹੋ ਜਾਂਦਾ ਉਸ ਬਿਜ਼ਨਸ ਨੂੰ ਅੱਗੇ ਕਿਵੇਂ ਵਧਾਉਣਾ ਹੈ। ਇਸ ਦੇ ਨਾਲ ਹੀ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੇ ਉੱਥੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਕਿਸਾਨ ਕਲੱਬ ਐਸੋਸੀਏਸ਼ਨ ਬਣੀਆਂ, ਜਿਵੇਂ ਆਪਾਂ ਮਧੂਮੱਖੀ ਪਾਲਣ ਦੀ ਗੱਲ ਕਰ ਰਹੇ ਸੀ, ਸਾਡੇ ਕੋਲ ਬੀ ਕੀਪਰ ਐਸੋਸੀਏਸ਼ਨ ਹੈ, ਸਾਡੇ ਕੋਲ ਮਸ਼ਰੂਮ ਗਰੋਅਰ ਐਸੋਸੀਏਸ਼ਨ ਹੈ, ਸਾਡੇ ਕੋਲ ਇੱਕ, ਮੈਂ ਬਹੁਤ ਆਪਣੀ ਕਿਸਾਨ ਭੈਣਾਂ ਦੀ ਜਾਣਕਾਰੀ ਲਈ ਦੱਸਣਾ ਚਾਹਾਂਗੀ, ਸਾਡੇ ਕੋਲ ਪੀਏਯੂ ਕਿਸਾਨ ਕਲੱਬ ਹੈ ਜਿਹੜਾ ਕਿ ਖਾਸ ਕਰਕੇ ਔਰਤਾਂ ਲਈ ਹੈ। ਸਾਡੇ ਕੋਲ, ਮੈਂ ਇਹ ਬੜਾ ਦੱਸਣਾ ਚਾਹਾਂਗੀ। ਹਾਂਜੀ ਮੈਂ ਇਹ ਮੈਡਮ ਫਿਰ ਮੈਂ ਕਹੂੰਗਾ ਪੀਏਯੂ ਕਿਸਾਨ ਕਲੱਬ ਦੇ ਇੱਕ ਮਹਿਲਾ ਵਿੰਗ ਵੀ ਬੜਾ, ਉਹੀ ਮੈਂ ਦੱਸਣੀ ਹੈ ਜੀ। ਹਾਂਜੀ, ਔਰਤਾਂ ਦਾ ਕੁਝ ਦਿਖਾਣੇ। ਹਾਂਜੀ ਜ਼ਰੂਰ ਜੀ ਜ਼ਰੂਰ।
ਹਾਂਜੀ ਦੇਖੋ ਇਹ ਜਿਹੜਾ ਕਿਸਾਨ ਕਲੱਬ ਹੈ ਇਹਦੀ ਜਿਹੜੀ ਫੀਸ ਹੈ ਉਹ ਬਹੁਤ ਹੀ ਥੋੜੀ ਹੈ, ਜੇ ਅਸੀਂ ਕਹਿ ਸਕਦੇ ਵੀ 1000 ਰੁਪਇਆ 15 ਸਾਲ ਵਾਸਤੇ ਇਹ ਫੀਸ ਹੈ। ਤੇ ਇਸ ਕਿਸਾਨ ਕਲੱਬ ਦੀ ਜਿਹੜੀ ਮੀਟਿੰਗ ਹੈ ਹਰ ਮਹੀਨੇ ਪਹਿਲੇ ਵੀਰਵਾਰ ਹੁੰਦੀ ਹੈ, ਤੇ ਹਰ ਮੀਟਿੰਗ ਦੇ ਵਿੱਚ ਵੱਖ-ਵੱਖ ਮਾਹਰਾਂ ਵੱਲੋਂ ਵੱਖ-ਵੱਖ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਤੇ ਸਾਡੀਆਂ ਕਿਸਾਨ ਬੀਬੀਆਂ ਬਹੁਤ ਇੱਥੇ ਆ ਕੇ ਸਿੱਖਦੀਆਂ ਤੇ ਮਾਰਾਂ ਕੋਲੋਂ ਵੀ ਸਿੱਖਦੀਆਂ ਤੇ ਆਪਸ ਵਿੱਚ ਵੀ ਇੱਕ ਦੂਸਰੇ ਨੂੰ ਗੱਲਾਂ ਕਰਕੇ ਉਤਸ਼ਾਹਿਤ ਹੁੰਦੀਆਂ। ਤੇ ਜਿਵੇਂ ਮੈਡਮ ਨੇ ਗੱਲ ਕੀਤੀ ਵੀ ਸਾਨੂੰ ਆਪਣਾ ਕਾਰੋਬਾਰ ਕਰਨਾ ਚਾਹੀਦਾ, ਆਪਣੇ ਆਪ ਨੂੰ ਆਤਮ ਨਿਰਭਰ ਕਰਨਾ ਚਾਹੀਦਾ। ਇਹਦੇ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਸੀਂ ਜਦੋਂ ਟ੍ਰੇਨਿੰਗ ਸਾਡੇ ਕੋਲ ਲੈ ਲਈ ਜਾਂਦੀ ਹੈ ਤਾਂ ਅਸੀਂ ਆਪਣੇ ਸਿਖਾਰਥੀਆਂ ਨੂੰ ਉਹਨਾਂ ਦੇ ਵਿੱਚ ਵਿਸ਼ਵਾਸ ਦਿਵਾਉਣ ਵਾਸਤੇ ਉਹਨਾਂ ਦੇ ਕਈ ਜਗ੍ਹਾ ਤੇ ਪ੍ਰਦਰਸ਼ਨੀਆਂ ਲਿਖਵਾਉਂਦੇ ਆ। ਇਹ ਪ੍ਰਦਰਸ਼ਨੀ ਸਿਰਫ ਲੁਧਿਆਣੇ 'ਚ ਨਹੀਂ, ਬਾਹਰ ਵੀ ਕਈ ਜਗ੍ਹਾ ਤੇ ਲਗਵਾਈ ਜਾਂਦੀ ਹੈ। ਇੱਥੋਂ ਤੱਕ ਕਿ ਮੈਂ ਫਖਰ ਮਹਿਸੂਸ ਕਰਦੀ ਹਾਂ ਦੱਸਣਾ ਕਿ ਸਾਡੇ ਕਿਸਾਨ ਮੇਲੇ ਵਿੱਚ ਜਦੋਂ ਕਿ ਸਾਡੇ ਕੋਲ ਅਸੀਂ ਸ਼ੁਰੂ ਕੀਤਾ ਸੀ ਸਿਰਫ 2-3 ਹੀ ਮਹਿਲਾ ਔਰਤਾਂ ਐਂਟਰਪ੍ਰੈਨਿਓਰ ਆਉਂਦੀਆਂ ਸੀਗੀਆਂ, ਉਸ ਤੋਂ ਬਾਅਦ ਹੁਣ ਕਈ ਗੁਣਾ, ਹੁਣ ਤੁਸੀਂ ਦੇਖੋ ਇਹ ਲਿਸਟ ਜਿਹੜੀ ਐਡੀ ਲੰਬੀ ਹੁੰਦੀ ਜਾਂਦੀ ਹੈ। ਹਰ ਮੇਲੇ ਤੇ ਸਾਡੇ ਕੋਲ ਕਮਿਊਨਿਟੀ ਸਾਇੰਸ ਕਾਲਜ ਦੇ ਬਾਹਰ ਇਹਨਾਂ ਦੇ ਸਟਾਲ ਲੱਗਦੇ ਤਾਂ ਕਿ ਇਹ ਆਪਣੇ ਪ੍ਰੋਡਕਟ ਵੇਚ ਸਕਣ ਤੇ ਆਪਣੀ ਜਿਹੜੀ ਹੈ ਆਪਣੀ ਪੈਸੇ ਕਮਾ ਕੇ ਆਪਣੇ ਆਪ ਨੂੰ ਸਵੈ ਨਿਰਭਰ ਬਣਾ ਸਕਣ। ਇਹ ਥੋੜਾ ਜਿਹਾ ਮੈਂ ਜਿਹੜਾ ਤੁਹਾਨੂੰ ਸਕਿੱਲ ਡਿਵੈਲਪਮੈਂਟ ਜਿਹੜਾ ਮੈਡਮ ਨੇ ਗੱਲ ਕੀਤੀ ਉਹਦੀਆਂ ਟ੍ਰੇਨਿੰਗ ਬਾਰੇ ਦੱਸਣਾ ਚਾਹੁੰਦੀ ਸੀਗੀ। ਮੈਡਮ ਜਿਵੇਂ ਡਾਕਟਰ ਸੁਖਦੀਪ ਆਪਾਂ ਗੱਲ ਕਰਦੇ ਵੀ ਕਈ ਔਰਤਾਂ ਇਹੋ ਜਿਹੀਆਂ ਜਿਹੜੀਆਂ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਹਨਾ, ਕਿਉਂਕਿ ਕਈ ਵਾਰੀ ਘਰ ਦੀ ਬੰਦਰ ਇਹੋ ਜਿਹੀ ਹੁੰਦੀ ਹੈ ਜਾਂ ਅਸੀਂ ਕਹਿ ਲਈਏ ਵੀ ਘਰ ਦਾ ਵਾਤਾਵਰਨ ਇਹੋ ਜਿਹਾ ਹੁੰਦਾ ਹੈ। ਤੇ ਆਪਾਂ ਕੁਝ ਇਸ ਤਰ੍ਹਾਂ ਦਾ ਵੀ ਕੋਈ ਕਿੱਤੇ ਹੈਗੇ ਜਿਹੜੇ ਔਰਤਾਂ ਘਰ ਬੈਠ ਕੇ ਕਰ ਸਕਦੀਆਂ ਤੇ ਆਪਣੀ ਆਮਦਨ ਨੂੰ ਵਧਾ ਸਕਦੀਆਂ, ਕਿਉਂਕਿ ਇੱਕ ਉਹ ਕਹਾਵਤ ਹੈਗੀ ਨਾ, ਮਨੀ ਸੇਵਡ ਇਜ਼ ਮਨੀ ਅਰਨਡ, ਵੀ ਜੇ ਅਸੀਂ ਘਰ ਬੈਠ ਕੇ ਘਰ 'ਚ ਹੀ ਆਪਣਾ ਕੰਮ ਕਰਕੇ ਜੇ ਪੈਸੇ ਬਚਾ ਲਈਏ ਉਹ ਕਮਾਉਣ ਵਰਗਾ ਹੀ ਹੋ ਜਾਂਦਾ ਹੈ। ਤੇ ਕੁਝ ਇਹੋ ਜਿਹੇ ਧੰਦੇ ਵੀ ਹੈ ਜਿਨ੍ਹਾਂ ਬਾਰੇ ਤੁਸੀਂ ਜਾਣਕਾਰੀ ਦਿਓ ਵੀ ਜਿਹੜੀ